ਫਲਸਤੀਨ ਦੇ ਲੋਕ ਮਤਲਬ ਉਹ ਜ਼ਮੀਨ ਜਿੱਥੇ ਬਨੀ ਇਸਰਾਈਲ ਆਏ ਬਦੀ ਨਾਲ ਭਰੀ ਸੀ। ਉਹ ਕਨਾਨੀ ਅਖਵਾਉਂਦੇ ਸਨ ਅਤੇ ਉਹਨਾਂ ਦੀ ਜ਼ੁਬਾਨ ਇਸਰਾਈਲੀਆਂ ਨਾਲੋਂ ਵੱਖਰੀ ਸੀ। ਉਹ ਇਨਸਾਨਾਂ ਦੀਆਂ ਕੁਰਬਾਨੀਆਂ ਚੜਾਉਂਦੇ ਅਤੇ ਸੋਨੇ, ਚਾਂਦੀ, ਤਾਂਬੇ ਅਤੇ ਲੱਕੜ ਦੇ ਬਣੇ ਹੋਏ ਦੇਵਤਾਵਾਂ ਅੱਗੇ ਸਜਦਾ ਕਰਦੇ। ਐ ਬਾਲ, ਅਸੀਂ ਤੇਰੇ ਲਈ ਇਸ ਮਾਸੂਮ ਬਾਲ ਨੂੰ ਕੁਰਬਾਨ ਕਰਦੇ ਪਏ ਹਾਂ। ਇਹਦਾ ਖੂਨ ਤੇਰੇ ਗੁੱਸੇ ਨੂੰ ਠੰਡਾ ਕਰੇਗਾ। मैं अपनी जान दे गुनाह दी उजरत दे तौर ते अपना बाल देंगी। ਕਿਸੇ ਦਿਹਾੜੇ ਅਸੀਂ ਵੀ ਸਰਦਾਰ ਕਾਹਨ ਬਣਾਂਗੇ ਤੇ ਕੁਰਬਾਨੀਆਂ ਚੜਾਵਾਂਗੇ। ਇਹ ਬੜਾ ਤਕਲੀਫ ਦੇਣ ਵਾਲਾ ਮੰਜ਼ਰ ਹੈ, ਪਰ ਫਿਰ ਵੀ ਇਹ ਜ਼ਰੂਰ ਹੋਣਾ ਚਾਹੀਦਾ ਹੈ। ਚੰਗਾ ਕਰੋ, ਚੰਗਾ ਪਾਓ, ਬੁਰਾ ਕਰੋ ਤੇ ਬੁਰਾ ਪਾਓ। ਖੁਦਾਵੰਦ ਨੇ ਨਬੀ ਤੇ ਕਾਹਨ ਘੱਲੇ ਤਾਂ ਜੋ ਉਹਨਾਂ ਨੂੰ ਤੋਬਾ ਦੇ ਬਾਰੇ ਦੱਸ ਸਕਣ, ਪਰ ਉਹਨਾਂ ਨੇ ਗੁਨਾਹ ਕਰਨਾ ਨਾ ਛੱਡਿਆ। ਜਿਵੇਂ ਖੁਦਾਵੰਦ ਨੇ ਨੂਹ ਦੇ ਜ਼ਮਾਨੇ ਵਿੱਚ ਲੋਕਾਂ ਨੂੰ ਤੇ ਸਦੂਮ ਤੇ ਅਮੂਰਾ ਦੇ ਸ਼ਹਿਰ ਨੂੰ ਤਬਾਹ ਕੀਤਾ, ਉਸੇ ਤਰ੍ਹਾਂ ਹੁਣ ਉਹ ਕਨਾਨ ਦੇ ਲੋਕਾਂ ਨੂੰ ਵੀ ਤਬਾਹ ਕਰਨ ਲੱਗਾ ਸੀ। ਬੁੱਤਪ੍ਰਸਤ ਲੋਕਾਂ ਨੇ ਜੋ ਕਿ ਮੁਲਕ ਮੌਦਾ ਵਿੱਚ ਰਹਿੰਦੇ ਸਨ, ਬਨੀ ਇਸਰਾਈਲ ਦੀ ਆਪਣੇ ਦਰਮਿਆਨ ਮੌਜੂਦਗੀ ਦੀ ਮੁਖਾਲਫਤ ਕੀਤੀ ਤੇ ਆਪਣੀ ਜ਼ਮੀਨ ਬਚਾਉਣ ਲਈ ਉਹਨਾਂ ਨਾਲ ਲੜੇ। ਪਰ ਖੁਦਾਵੰਦ ਨੇ ਬਨੀ ਇਸਰਾਈਲ ਨੂੰ ਉਹਨਾਂ ਨੂੰ ਸ਼ਿਕਸਤ ਦੇਣ ਦੀ ਤਾਕਤ ਬਖਸ਼ੀ। ਤੁਹਾਡੀ ਇੰਨੀ ਹਿੰਮਤ ਕਿਵੇਂ ਹੋਈ ਕਿ ਇਸ ਪਾਕ ਹੈਕਲ ਵਿੱਚ ਦਾਖਲ ਹੋਵੋ? ਤੁਸੀਂ ਆਪਣੇ ਅਖੀਰਲੇ ਬਾਲ ਨੂੰ ਵੀ ਮਾਰ ਦਿੱਤਾ ਏ। ਅਖੀਰ ਜਦੋਂ ਉਹ ਖੂਨੀ ਜੰਗ ਮੁੱਕੀ, ਅਬਰਾਨੀਆਂ ਨੇ ਆਪਣੇ ਦੁਸ਼ਮਣਾਂ ਨੂੰ ਫਤਹ ਕਰ ਲਿੱਤਾ ਤੇ ਹੁਣ ਉਹ ਤੇ ਜ਼ਮੀਨ ਉਹਨਾਂ ਦੇ ਵੱਸ ਵਿੱਚ ਸੀ। ਯੋਸ਼ੂਆ ਨੇ ਲੋਕਾਂ ਨੂੰ ਖਿਤਾਬ ਕੀਤਾ, ਸਾਡਾ ਸਭ ਤੋਂ ਵੱਡਾ ਬਜ਼ੁਰਗ ਇਬਰਾਹਿਮ ਬੁੱਤ ਪ੍ਰਸਤਾਂ ਵਿੱਚੋਂ ਆਇਆ। ਖੁਦਾ ਨੇ ਉਸ ਦੇ ਨਾਲ ਕਲਾਮ ਕੀਤਾ ਤੇ ਵਾਅਦਾ ਕੀਤਾ ਕਿ ਉਹਦੇ ਚੋਂ ਇੱਕ ਵੱਡੀ ਕੌਮ ਪੈਦਾ ਕਰੇਗਾ। ਖੁਦਾਵੰਦ ਨੇ ਇਹ ਵੀ ਫਰਮਾਇਆ ਕਿ ਉਸ ਦੇ ਲੋਕ ਮਿਸਰ ਜਾਣਗੇ ਤੇ ਉੱਥੇ 400 ਵਰ੍ਹੇ ਤੱਕ ਰਹਿਣਗੇ। ਉਸ ਤੋਂ ਮਗਰੋਂ ਉਹ ਉਹਨਾਂ ਨੂੰ ਮਿਸਰ ਤੋਂ ਕੱਢ ਕੇ ਉਸ ਜ਼ਮੀਨ ਤੇ ਲੈ ਕੇ ਆਏਗਾ ਜਿੱਥੇ ਉਹ ਅੱਜ ਖੜੇ ਨੇ। ਅਸੀਂ ਇੱਥੇ 500 ਸਾਲ ਬਾਅਦ ਆ ਗਏ ਹਾਂ ਤੇ ਖੁਦਾਵੰਦ ਨੇ ਇਬਰਾਹਿਮ ਦੇ ਨਾਲ ਕੀਤਾ ਹੋਇਆ ਵਾਅਦਾ ਨਿਭਾਇਆ। ਹੁਣ ਜਾਓ ਤੇ ਬਾਕੀ ਸਾਰੀ ਜ਼ਮੀਨ ਤੇ ਵਸੇਬਾ ਕਰੋ। ਗੁਨਾਹਗਾਰਾਂ ਦੇ ਮਗਰ ਨਾ ਲੱਗਣਾ। ਤੁਹਾਡੇ ਤੋਂ ਪਹਿਲਾਂ ਇਸ ਜ਼ਮੀਨ ਤੇ ਆਬਾਦ ਸਨ, ਕਿਉਂ ਜੋ ਖੁਦਾਵੰਦ ਤੁਹਾਡਾ ਇਨਸਾਫ ਇੰਜ ਹੀ ਕਰੇਗਾ ਜਿਵੇਂ ਉਹਨਾਂ ਦਾ ਕੀਤਾ ਸੀ। ਨਵੀਂ ਜ਼ਮੀਨ ਤੇ ਉਹ ਬੜੇ ਸਕੂਨ ਨਾਲ ਰਹੇ। ਹਰ ਕਿਸੇ ਦਾ ਆਪਣਾ ਖੇਤ ਸੀ ਤੇ ਖਾਣ ਨੂੰ ਵਾਫਰ ਸੀ। ਖੁਦਾਵੰਦ ਨੇ ਉਹਨਾਂ ਨੂੰ ਸਭ ਲੋਕਾਂ ਤੋਂ ਜ਼ਿਆਦਾ ਬਰਕਤ ਬਖਸ਼ੀ। ਤੁਹਾਡੀ ਸ਼ਾਨ ਦੀ ਰੋਟੀ ਤਿਆਰ ਹੈ। ਬਸ ਸਾਨੂੰ ਇਸ ਸਖਤ ਪੱਥਰ ਨੂੰ ਬਾਹਰ ਕੱਢ ਲੈਣ ਦਿਓ। ਜਿਵੇਂ ਖੁਦਾ ਨੇ ਵਾਅਦਾ ਕੀਤਾ ਸੀ, ਇਬਰਾਨੀ ਗਿਣਤੀ ਵਿੱਚ ਵਧਦੇ ਗਏ ਤੇ ਪੂਰੀ ਜ਼ਮੀਨ ਨੂੰ ਆਬਾਦ ਕੀਤਾ। ਉਹਨਾਂ ਦੇ ਸ਼ਹਿਰ ਅਛਾਈ ਤੇ ਇਨਸਾਫ ਨਾਲ ਕਾਇਮ ਹੋਏ ਸਨ। ਨਵੀਂ ਕੌਮ ਇਸਰਾਈਲ ਅਖਵਾਈ। ਮੇਰੀ ਬਹਿਨ ਤੇਰੇ ਤੇ ਸਲਾਮਤੀ ਹੋਵੇ। ਮੱਛੀ ਅੱਜ ਕੰਜਦੀ ਏ। ਇਹ ਹਮੇਸ਼ਾ ਵਰਗੋ ਸਮੁੰਦਰ ਦੀ ਤਾਜ਼ਾ ਮੱਛੀ ਹੈ। ਯਹੋਵਾ ਨੇ ਤੁਹਾਡੇ ਦੁਸ਼ਮਣਾਂ ਨੂੰ ਸ਼ਿਕਸਤ ਦਿੱਤੀ, ਪਰ ਹਲੇ ਵੀ ਇਸ ਜ਼ਮੀਨ ਵਿੱਚ ਬੁੱਤਾਂ ਦੀ ਪੂਜਾ ਹੁੰਦੀ ਏ। ਅੱਜ ਤੁਹਾਨੂੰ ਇਸ ਦੀ ਚੋਣ ਕਰਨੀ ਹੋਏਗੀ ਕਿ ਤੁਸੀਂ ਇਹਨਾਂ ਲੋਕਾਂ ਦੇ ਝੂਠੇ ਖੁਦਾਵਾਂ ਦੀ ਇਬਾਦਤ ਕਰੋਗੇ ਜਿਨ੍ਹਾਂ ਦੀ ਜ਼ਮੀਨ ਤੇ ਤੁਸੀਂ ਆਬਾਦ ਹੋਏ, ਜਾਂ ਫਿਰ ਇਬਰਾਹਿਮ ਦੇ ਖੁਦਾ ਦੀ। ਪਰ ਜਿੱਥੋਂ ਤੱਕ ਮੈਂ ਤੇ ਮੇਰੇ ਘਰਾਨੇ ਦਾ ਸਵਾਲ ਏ, ਉਹ ਜ਼ਿੰਦਾ ਖੁਦਾ ਦੀ ਇਬਾਦਤ ਕਰਨਗੇ। ਖੁਦਾ ਨੇ ਆਪਣੇ ਸਾਹਮਣੇ ਦੂਜੇ ਖੁਦਾਵਾਂ ਦੀ ਇਬਾਦਤ ਕਰਨ ਤੋਂ ਮਨਾ ਕੀਤਾ, ਕਿਉਂ ਜੋ ਯਹੋਵਾ ਨੇ ਆਪਣੀ ਅਜ਼ੀਮ ਤਾਕਤ ਨਾਲ ਸਾਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦ ਕਰਾਇਆ ਤੇ ਅਜਾੜਾਂ ਵਿੱਚ ਸਾਡਾ ਬੜਾ ਧਿਆਨ ਰੱਖਿਆ। ਖੁਦਾਵੰਦ ਨੇ ਸਾਡੇ ਸਾਰੇ ਲੋਕਾਂ ਨੂੰ ਇਸ ਜ਼ਮੀਨ ਤੋਂ ਕੱਢ ਦਿੱਤਾ, ਹੱਤਾ ਕਿ ਅਮੂਰੀਆਂ ਨੂੰ ਵੀ, ਜਿਹੜੇ ਇਸ ਜ਼ਮੀਨ ਤੇ ਰਹਿੰਦੇ ਸੀ। ਤੇ ਇੰਜ ਅਸੀਂ ਵੀ ਉਸੇ ਖੁਦਾ ਦੀ ਇਬਾਦਤ ਕਰਾਂਗੇ, ਕਿਉਂਕਿ ਉਹ ਹਰ ਸ਼ੈ ਤੇ ਕਾਦਰ ਹੈ। ਪਰਮੇਸ਼ਵਰ ਬਹੁਤ ਹੀ ਪਾਕ ਹੈ ਤੇ ਉਹ ਇੱਕ ਹਾਸਦ ਖੁਦਾ ਹੈ। ਅਗਰ ਤੁਸੀਂ ਉਹਨੂੰ ਭੁੱਲ ਕੇ ਬੁੱਤਾਂ ਦੀ ਪੂਜਾ ਕਰੋਗੇ, ਇੰਜ ਕਰਨ ਨਾਲ ਉਹ ਤੁਹਾਨੂੰ ਛੱਡ ਦੇਵੇਗਾ ਤੇ ਮੁਕਾ ਦੇਵੇਗਾ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਪਰਮੇਸ਼ਵਰ ਦੀ ਇਬਾਦਤ ਕਰਾਂਗੇ। ਤੁਸੀਂ ਇੱਕ ਦੂਜੇ ਦੇ ਗਵਾਹ ਹੋ ਕਿ ਤੁਸੀਂ ਇਬਾਦਤ ਲਈ ਖੁਦਾਵੰਦ ਦੀ ਚੋਣ ਕਰੋਗੇ। ਅਸੀਂ ਗਵਾਹ ਹਾਂ। ਮੈਂ ਕਿਤਾਬ ਵਿੱਚ ਉਹ ਵਾਅਦਾ ਜਿਹੜਾ ਅੱਜ ਦੇ ਦਿਹਾੜੇ ਤੁਸੀਂ ਖੁਦਾ ਬਣਾਇਆ ਹੈ ਲਿਖਾਂਗਾ। ਜਿਵੇਂ ਅਸੀਂ ਹਰ ਗੱਲ ਵਿੱਚ ਮੂਸਾ ਦਾ ਹੁਕਮ ਮੰਨਿਆ, ਤੇਰਾ ਵੀ ਮੰਨਾਂਗੇ। ਸਿਰਫ ਖੁਦਾਵੰਦ ਤੇਰਾ ਖੁਦਾ ਹੀ ਅੱਜ ਤੋਂ ਤੇਰੇ ਨਾਲ ਹੋਵੇਗਾ, ਜਿਵੇਂ ਮੂਸਾ ਨਾਲ ਸੀ। ਜਿਹੜਾ ਖੁਦਾਵੰਦ ਦੇ ਹੁਕਮਾਂ ਤੋਂ ਬਾਗੀ ਹੋਵੇਗਾ, ਉਹ ਮਾਰਿਆ ਜਾਵੇਗਾ।
ਕਾਜ਼ੀਆਂ ਨੇ ਲੋਕਾਂ ਤੇ ਹੁਕਮਰਾਨੀ ਕੀਤੀ। ਉਹ ਖੁਦਾ ਨਾਲ ਗੱਲਾਂ ਕਰਦੇ ਤੇ ਮੂਸਾ ਦੀਆਂ ਲਿਖੀਆਂ ਹੋਈਆਂ ਗੱਲਾਂ ਪੜ੍ਹਦੇ। ਉਹਨਾਂ ਨੇ ਲੋਕਾਂ ਨੂੰ ਖੁਦਾਵੰਦ ਦੇ ਹੁਕਮ ਪੱਧਰੇ ਕਰਕੇ ਦੱਸੇ ਤੇ ਉਹਨਾਂ ਨੂੰ ਖੁਦਾਵੰਦ ਦੀ ਫਰਮਾਬਰਦਾਰੀ ਲਈ ਆਖਿਆ। ਖੁਦਾ ਦਾ ਇਸ ਬਾਰੇ ਵਿੱਚ ਕੀ ਹੁਕਮ ਹੈ ਅਗਰ ਕੋਈ ਢੱਗਾ ਕਿਸੇ ਨੂੰ ਸਿੰਗ ਮਾਰ ਕੇ ਜ਼ਖਮੀ ਕਰ ਦੇਵੇ? ਮੂਸਾ ਨੇ ਆਖਿਆ ਸੀ ਕਿ ਉਸ ਬੈਲ ਦਾ ਮਾਲਿਕ ਜ਼ਿੰਮੇਦਾਰ ਹੋਏਗਾ ਤੇ ਉਸ ਢੱਗੇ ਨੂੰ ਵੀ ਮਾਰ ਦਿੱਤਾ ਜਾਵੇਗਾ। ਕੁਝ ਅਰਸੇ ਲਈ ਲੋਕਾਂ ਨੇ ਯਾਦ ਰੱਖਿਆ ਕਿ ਕਿੰਜ ਖੁਦਾ ਨੇ ਮੂਸਾ ਤੇ ਯੋਸ਼ੂਆ ਦੇ ਜ਼ਰੀਏ ਮੁਅੱਜਜ਼ੇ ਕੀਤੇ। ਉਹ ਸ਼ੁਕਰਗੁਜ਼ਾਰ ਸਨ ਕਿ ਉਹ ਮਿਸਰ ਦੀ ਗੁਲਾਮੀ ਤੋਂ ਆਜ਼ਾਦ ਹੋਏ। ਉਹਨਾਂ ਨੇ ਯਹੋਵਾ ਖੁਦਾ ਦੀ ਇਬਾਦਤ ਕੀਤੀ ਤੇ ਜਿਵੇਂ ਉਹਨੇ ਹੁਕਮ ਦਿੱਤਾ ਸੀ ਕੁਰਬਾਨੀਆਂ ਚੜ੍ਹਾਈਆਂ। ਅੱਬਾ ਜੀ, ਕਾਹਿਨ ਸਾਡੀ ਭੇਡ ਨੂੰ ਕਿਉਂ ਮਾਰਦੇ ਨੇ? ਕੀ ਉਹ ਤਬਾਹ ਕਰਨ ਵਾਲਾ ਇੰਜ ਹੀ ਲੰਘੇਗਾ ਜਿਵੇਂ ਉਹ ਸਾਡੇ ਵਡਕਿਆਂ ਲਈ ਮਿਸਰ ਤੋਂ ਲੰਘਿਆ ਸੀ? ਨਹੀਂ ਪੁੱਤਰ, ਤਬਾਹ ਕਰਨ ਵਾਲਾ ਨਹੀਂ ਆ ਰਿਹਾ, ਸਗੋਂ ਭੇਡਾਂ ਦਾ ਖੂਨ ਸਾਡੇ ਗੁਨਾਹਾਂ ਨੂੰ ਧੋਵੇਗਾ ਤੇ ਅਸੀਂ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਮਕਬੂਲ ਠਹਿਰਾਂਗੇ। ਉਹਨਾਂ ਨੇ ਯੋਸ਼ੂਆ ਨਾਲ ਵਾਅਦਾ ਕੀਤਾ ਕਿ ਉਹ ਖੁਦਾ ਦੀ ਇਬਾਦਤ ਕਰਨਗੇ ਤੇ ਉਹਦੇ ਹੁਕਮਾਂ ਦੀ ਪੈਰਵੀ ਕਰਨਗੇ, ਪਰ ਹਰ ਕਿਸੇ ਨੇ ਯਹੋਵਾ ਦੀ ਇਬਾਦਤ ਕਰਨਾ ਜਾਰੀ ਨਹੀਂ ਰੱਖੀ। ਜਦੋਂ ਮੁਅੱਜਜ਼ੇ ਹੋਣਾ ਮੁੱਕ ਗਏ ਤੇ ਅਗਲੀ ਨਸਲ ਜ਼ਿੰਦਾ ਖੁਦਾ ਨੂੰ ਭੁੱਲ ਗਈ, ਉਹਨਾਂ ਨੇ ਬੇਜਾਨ ਮੂਰਤੀਆਂ ਦੀ ਇਬਾਦਤ ਕਰਨਾ ਸ਼ੁਰੂ ਕਰ ਦਿੱਤੀ। ਉਹ ਆਪਣੇ ਵਡਕਿਆਂ ਦੀ ਪੂਜਾ ਕਰਦੇ ਸਨ। ਜਿਵੇਂ ਕਿ ਯੋਸ਼ੂਆ ਨੇ ਅਗਾਹ ਕੀਤਾ ਸੀ, ਖੁਦਾਵੰਦ ਨੇ ਉਹਨਾਂ ਨੂੰ ਤਬਾਹ ਕਰਨ ਲਈ ਗੈਰ ਕੌਮਾਂ ਨੂੰ ਘੱਲਿਆ। ਨਹੀਂ, ਬਾਲ ਮੈਨੂੰ ਬਚਾ। ਜਦੋਂ ਖੁਦਾਵੰਦ ਦੇ ਲੋਕਾਂ ਦੀ ਅਦਾਲਤ ਹੋਈ, ਉਹਨਾਂ ਨੇ ਉਹਦੇ ਹੁਕਮਾਂ ਨੂੰ ਯਾਦ ਕੀਤਾ ਤੇ ਆਪਣੇ ਗੁਨਾਹ ਦਾ ਇਤਰਾਫ ਕੀਤਾ। ਐ ਯਹੋਵਾ, ਸਾਡੇ ਗੁਨਾਹ ਮਾਫ ਕਰ ਤੇ ਸਾਡਾ ਅਮਨ ਬਹਾਲ ਕਰ। ਜਦੋਂ ਉਹਨਾਂ ਨੇ ਆਪਣੇ ਗੁਨਾਹਾਂ ਦਾ ਇਤਰਾਫ ਕੀਤਾ ਤੇ ਉਸ ਨੇ ਉਹਨਾਂ ਨੂੰ ਮਾਫ ਕੀਤਾ ਤੇ ਉਹਨਾਂ ਦੀ ਜ਼ਮੀਨ ਨੂੰ ਬਹਾਲ ਕੀਤਾ। ਲੋਕ ਕਾਜ਼ੀਆਂ ਦੀ ਪੈਰਵੀ ਕਰਕੇ ਤੰਗ ਆ ਗਏ, ਜਿਹੜੇ ਹਮੇਸ਼ਾ ਖੁਦਾ ਕੋਲੋਂ ਪੁੱਛਦੇ ਤੇ ਖੁਦਾ ਦੀ ਕਿਤਾਬ ਤੋਂ ਲੋਕਾਂ ਦੀ ਰਹਿਨਮਾਈ ਕਰਦੇ। ਉਹਨਾਂ ਨੇ ਫੈਸਲਾ ਕੀਤਾ ਕਿ ਆਪਣੇ ਉੱਤੇ ਹੁਕਮਰਾਨੀ ਲਈ ਬਾਦਸ਼ਾਹ ਬਣਾਉਣਗੇ। ਇੱਕ ਨਬੀ ਤੇ ਕਾਜ਼ੀ ਜਿਹਦਾ ਨਾਂ ਸੈਮੂਅਲ ਸੀ ਨੇ ਉਹਨਾਂ ਨੂੰ ਬਾਦਸ਼ਾਹ ਬਣਾਉਣ ਤੋਂ ਖਬਰਦਾਰ ਕੀਤਾ ਕਿ ਬਾਦਸ਼ਾਹ ਬਣਾ ਕੇ ਉਹ ਖੁਦਾਵੰਦ ਨੂੰ ਹੁਕਮਰਾਨ ਦੇ ਤੌਰ ਤੇ ਰੱਦ ਕਰ ਰਹੇ ਨੇ, ਪਰ ਉਹ ਈਮਾਨ ਵਿੱਚ ਚੱਲਣਾ ਨਹੀਂ ਚਾਹੁੰਦੇ ਸੀ। ਸਾਊਲ ਬਾਦਸ਼ਾਹ ਨੇ ਉਹਨਾਂ ਨਾਲ ਬਦਸਲੂਕੀ ਕੀਤੀ, ਉਹਨਾਂ ਦੀ ਰਕਮ ਤੇ ਜਾਇਦਾਦ ਤੇ ਕਬਜ਼ਾ ਕਰ ਲਿਆ, ਉਹਨਾਂ ਦੇ ਮੁੰਡਿਆਂ ਨੂੰ ਗੁਲਾਮ ਬਣਾਇਆ ਤੇ ਉਹਨਾਂ ਦੀਆਂ ਕੁੜੀਆਂ ਨਾਲ ਬਦਸਲੂਕੀ ਕੀਤੀ। ਸਾਡੀ ਜ਼ਮੀਨ ਬਾਦਸ਼ਾਹਤ ਦੀ ਬੁਲਾਈ ਲਈ ਜ਼ਬਤ ਕਰ ਲਈ ਜਾਵੇਗੀ। ਤੂੰ ਆਪਣੀ ਕੁੜੀ ਨੂੰ ਇੱਥੇ ਛੱਡ ਕੇ ਜਾ ਸਕਦਾ ਹੈ, ਅਸੀਂ ਇਹਦਾ ਬੜਾ ਖਿਆਲ ਰੱਖਾਂਗੇ। ਜਦੋਂ ਸਾਊਲ ਬਾਦਸ਼ਾਹ ਬੁੱਢਾ ਹੋ ਗਿਆ, ਉਹਦੇ ਵਿੱਚ ਬਦਰੂਹਾਂ ਆ ਗਈਆਂ ਤੇ ਉਹਦਾ ਗੁੱਸਾ ਵੱਸੋਂ ਬਾਹਰ ਹੋ ਗਿਆ। ਇੱਕ ਦਿਹਾੜੇ ਉਹਨੇ ਇੱਕ ਨੌਜਵਾਨ ਮੁੰਡੇ ਦਾਊਦ ਨੂੰ, ਜਿਹੜਾ ਉਹਦੇ ਲਈ ਬਰਬਤ ਵਜਾਉਂਦਾ ਸੀ, ਨੇਜ਼ੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਸਾਊਲ ਗੁਨਾਹ ਤੇ ਗੁਨਾਹ ਕਰਦਾ ਗਿਆ। ਉਹ ਸਾਰਿਆਂ ਤੋਂ ਹਸਦ ਕਰਦਾ ਤੇ ਖੌਫ ਖਾਂਦਾ ਸੀ। ਬਦਰੂਹਾਂ ਨੇ ਉਹਨੂੰ ਤਾਕਤ ਤੇ ਦੌਲਤ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਉਹਦੇ ਲਈ ਸਿਰਫ ਦੁੱਖ ਤੇ ਪਰੇਸ਼ਾਨੀਆਂ ਲੈ ਕੇ ਆਈਆਂ। ਸਾਊਲ ਨੇ ਜ਼ਿੰਦਾ ਪਰਮੇਸ਼ਵਰ ਨੂੰ ਰੱਦ ਕੀਤਾ ਤੇ ਜਾਦੂਗਰਨੀਆਂ ਨਾਲ ਰਜੂ ਕੀਤਾ। ਮੈਂ ਹਨੇਰਾ ਵੇਖਿਆ, ਇਹ ਚੰਗਾ ਨਹੀਂ, ਇਹ ਤੂੰ ਇੱਕ ਜੰਗ ਵਿੱਚ ਮਾਰਿਆ ਜਾਏਗਾ, ਕੋਈ ਹੋਰ ਤੇਰੀ ਥਾਂ ਲਏਗਾ। ਸਾਊਲ ਜੰਗ ਵਿੱਚ ਮਾਰਿਆ ਗਿਆ ਤੇ ਉਹਦੀ ਰੂਹ ਜਹੰਨਮ ਵਿੱਚ ਸੁੱਟ ਦਿੱਤੀ ਗਈ। ਖੁਦਾ ਨੇ ਨੌਜਵਾਨ ਮੁੰਡੇ ਦੀ ਚੋਣ ਸਾਊਲ ਦੀ ਥਾਂ ਤੇ ਕੀਤੀ। ਉਹ ਇੱਕ ਚਰਵਾਹਾ ਸੀ ਜਿਹੜਾ ਖੁਦਾਵੰਦ ਨਾਲ ਮੁਹੱਬਤ ਕਰਦਾ ਸੀ ਤੇ ਉਹਦੇ ਸਾਰੇ ਹੁਕਮਾਂ ਦੀ ਪੈਰਵੀ ਕਰਦਾ ਸੀ। ਇਹ ਉਹੀ ਸੀ ਜਿਹਨੂੰ ਸਾਊਲ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਖੁਦਾਵੰਦ ਮੇਰਾ ਚੁਪਾਨ ਹੈ, ਮੈਨੂੰ ਕਮੀ ਨਹੀਂ ਹੋਵੇਗੀ। ਉਹ ਮੈਨੂੰ ਹਰੀਆਂ ਹਰੀਆਂ ਚਰਾਗਾਹਾਂ ਵਿੱਚ ਬਿਠਾਉਂਦਾ ਹੈ, ਉਹ ਮੇਰੀ ਜਾਨ ਨੂੰ ਬਹਾਲ ਕਰਦਾ ਹੈ। ਦਾਊਦ ਰਾਸਤਬਾਜ਼ ਤੇ ਖੁਦਾਵੰਦ ਦਾ ਮਹਿਬੂਬ ਸੀ। ਕੀ ਇਹ ਉਹੀ ਬੰਦਾ ਹੋ ਸਕਦਾ ਸੀ ਜਿਹੜਾ ਇਨਸਾਨੀਅਤ ਨੂੰ ਮੌਤ ਤੇ ਗੁਨਾਹ ਤੋਂ ਨਜਾਤ ਦਿਵਾਉਂਦਾ? ਕੀ ਦਾਊਦ ਹੀ ਵਾਅਦੇ ਦਾ ਫਰਜ਼ੰਦ ਸੀ? ਦਾਊਦ ਨੇ ਲਿਖਿਆ, ਮੁਬਾਰਕ ਹੈ ਉਹ ਜਿਹੜਾ ਸ਼ਰੀਰਾਂ ਦੀ ਸਲਾਹ ਤੇ ਨਹੀਂ ਚੱਲਦਾ ਤੇ ਖਤਾਕਾਰਾਂ ਦੀ ਰਾਹ ਵਿੱਚ ਨਹੀਂ ਖੜਾ ਹੁੰਦਾ। ਉਹ ਠੱਠੇਬਾਜ਼ਾਂ ਦੀ ਮਜਲਿਸ ਵਿੱਚ ਨਹੀਂ ਬੈਠਦਾ, ਪਰ ਖੁਦਾਵੰਦ ਦੀ ਸ਼ਰੀਅਤ ਵਿੱਚ ਉਹਦੀ ਖੁਸ਼ਨੂਦੀ ਹੈ ਤੇ ਉਹਦੀ ਸ਼ਰੀਅਤ ਤੇ ਦਿਨ ਰਾਤ ਉਹਦਾ ਧਿਆਨ ਰਹਿੰਦਾ ਹੈ। ਉਹ ਉਸ ਦਰਖਤ ਦੀ ਤਰ੍ਹਾਂ ਹੋਵੇਗਾ ਜਿਹੜਾ ਪਾਣੀ ਦੀ ਨਦੀਆਂ ਦੇ ਕੋਲ ਲਾਇਆ ਗਿਆ ਹੈ, ਜਿਹੜਾ ਆਪਣੇ ਵੇਲੇ ਤੇ ਫਲਦਾ ਹੈ ਤੇ ਜਿਹਦਾ ਪੱਤਾ ਵੀ ਨਹੀਂ ਮੁਰਝਾਉਂਦਾ। ਬਸ ਜੋ ਕੁਝ ਉਹ ਕਰੇ ਬਰਾਬਰ ਹੋਵੇਗਾ। ਸਰੀਰ ਇੰਝ ਦੇ ਨਹੀਂ, ਪਰ ਉਹ ਤੂੜੀ ਵਰਗੇ ਨੇ ਜਿਹਨੂੰ ਹਵਾ ਉਡਾ ਕੇ ਲੈ ਜਾਂਦੀ ਹੈ। ਇਸ ਲਈ ਸਰੀਰ ਅਦਾਲਤ ਵਿੱਚ ਕਾਇਮ ਨਹੀਂ ਰਹਿਣਗੇ, ਨਾ ਹੀ ਖਤਾਕਾਰ ਸਾਦਕਾਂ ਦੀ ਜਮਾਤ ਵਿੱਚ।
ਕਿਉਂ ਜੋ ਖੁਦਾਵੰਦ ਸਾਧਕਾਂ ਦੀ ਰਾਹ ਜਾਣਦਾ ਏ, ਪਰ ਸ਼ਰੀਰਾਂ ਦੀ ਰਾਹ ਨਾਬੂਦ ਹੋ ਜਾਵੇਗੀ। ਸਾਊਲ ਦੇ ਮਰਨ ਦੇ ਬਾਅਦ ਦਾਊਦ ਇਸਰਾਈਲ ਦਾ ਬਾਦਸ਼ਾਹ ਬਣ ਗਿਆ ਤੇ ਲੋਕਾਂ ਨੂੰ ਖੁਦਾ ਦੀ ਇਬਾਦਤ ਕਰਨ ਤੇ ਉਹਦੀ ਸ਼ਰੀਅਤ ਦੀ ਪੈਰਵੀ ਕਰਨ ਲਈ ਆਖਿਆ। ਇਸ ਔਰਤ ਦੀ ਜ਼ਮੀਨ ਇਹਨੂੰ ਵਾਪਸ ਕਰ ਦਿਓ ਤੇ ਵੇਖੋ ਇਹਦੇ ਤੋਂ ਮਹਿਸੂਲ ਦੁਬਾਰਾ ਨਾ ਲੈਣਾ। ਦਾਊਦ ਦੀ ਹੁਕਮਰਾਨੀ ਵਿੱਚ ਉਹ ਕੌਮ ਬੜੀ ਖੁਸ਼ਹਾਲ ਹੋਈ ਤੇ ਸਹੀ ਰਸਤਿਆਂ ਤੇ ਚੱਲਦੀ ਰਹੀ। ਖੁਦਾ ਨੇ ਦਾਊਦ ਨਾਲ ਕਲਾਮ ਕੀਤਾ ਤੇ ਉਹਨੂੰ ਮੁਸਤਕਬਲ ਦੇ ਬਾਰੇ ਵਿੱਚ ਦੱਸਿਆ। ਦਾਊਦ ਨੇ ਉਹ ਪੇਸ਼ਨਗੋਈਆਂ ਜ਼ਬੂਰ ਦੀ ਕਿਤਾਬ ਵਿੱਚ ਲਿਖੀਆਂ, ਉਹਨਾਂ ਵਿੱਚੋਂ ਕਈ ਪਹਿਲੇ ਹੀ ਪੂਰੀਆਂ ਹੋ ਚੁੱਕੀਆਂ ਨੇ। ਦਾਊਦ ਰਾਸਤਬਾਜ਼ ਸੀ, ਪਰ ਉਹਦੇ ਤੋਂ ਗੁਨਾਹ ਹੋਏ ਤੇ ਉਹ ਵਾਅਦੇ ਦਾ ਨਜਾਤ ਦਹਿੰਦਾ ਨਾ ਠਹਿਰਿਆ। ਆਉਣ ਵਾਲੇ ਨਜਾਤ ਦਹਿੰਦਾ ਦੇ ਬਾਰੇ ਵਿੱਚ ਦਾਊਦ ਲਿਖਦਾ ਹੈ, ਉਹ ਸੱਚਾਈ ਨਾਲ ਤੇਰੇ ਲੋਕਾਂ ਦੀ ਤੇ ਇਨਸਾਫ ਨਾਲ ਤੇਰੇ ਗਰੀਬਾਂ ਦੀ ਅਦਾਲਤ ਕਰੇਗਾ। ਉਹ ਮੁਹਤਾਜਾਂ ਦੀ ਔਲਾਦ ਨੂੰ ਬਚਾਵੇਗਾ ਤੇ ਜ਼ੁਲਮ ਦੇ ਟੋਟੇ-ਟੋਟੇ ਕਰੇਗਾ। ਉਹਦੇ ਨਾਂ ਵਿੱਚ ਸਾਦਕ ਤਰੱਕੀ ਕਰਨਗੇ ਤੇ ਜਦੋਂ ਤਿੱਕਰ ਚੰਨ ਕਾਇਮ ਹੈ ਡਾਢਾ ਅਮਨ ਹੋਵੇਗਾ। ਉਹਦੀ ਸਲਤਨਤ ਸਮੁੰਦਰ ਤੋਂ ਸਮੁੰਦਰ ਤਿੱਕਰ ਤੇ ਦਰਿਆਏ ਫਰਾਤ ਤੋਂ ਜ਼ਮੀਨ ਦੀ ਅਖੀਰ ਤਿੱਕਰ ਹੋਵੇਗੀ। ਸਗੋਂ ਸਾਰੇ ਬਾਦਸ਼ਾਹ ਉਹਦੇ ਅੱਗੇ ਸਿਰ ਝੁਕਾਵਣਗੇ ਤੇ ਸਾਰੀਆਂ ਕੌਮਾਂ ਉਹਦੀ ਫਰਮਾ ਬਰਦਾਰੀ ਕਰਨਗੀਆਂ। ਉਹ ਫਿਦਿਆ ਦੇ ਕੇ ਉਹਨਾਂ ਦੀ ਜਾਨ ਨੂੰ ਜ਼ੁਲਮ ਤੇ ਜ਼ਬਰ ਤੋਂ ਛੁਡਾਵੇਗਾ ਤੇ ਉਹ ਹਮੇਸ਼ਾ ਤਿੱਕਰ ਜ਼ਿੰਦਾ ਰਹੇਗਾ। ਲੋਕ ਬਰਾਬਰ ਉਹਦੇ ਹੱਕ ਵਿੱਚ ਦੁਆ ਕਰਨਗੇ। ਉਹ ਦਿਨ ਭਰ ਉਹਨੂੰ ਦੁਆ ਦੇਵਣਗੇ। ਉਹਦਾ ਨਾਂ ਹਮੇਸ਼ਾ ਕਾਇਮ ਰਹੇਗਾ। ਜਦੋਂ ਤਿੱਕਰ ਸੂਰਜ ਹੈ ਉਹਦਾ ਨਾਂ ਰਹੇਗਾ ਅਤੇ ਲੋਕ ਉਹਦੇ ਵਸੀਲੇ ਨਾਲ ਬਰਕਤ ਪਾਵਣਗੇ ਅਤੇ ਸਾਰੀਆਂ ਕੌਮਾਂ ਉਹਨੂੰ ਬਬਰਕਤ ਕਹਿਣਗੀਆਂ। ਖੁਦਾ ਨੇ ਦਾਊਦ ਨੂੰ ਫਰਮਾਇਆ, ਤੇਰੇ ਮਰਨ ਤੋਂ ਬਾਅਦ ਤੇਰਾ ਬੇਟਾ ਤੇਰੀ ਸਲਤਨਤ ਸੰਭਾਲੇਗਾ। ਉਹ ਹੈਕਲ ਬਣਾਵੇਗਾ ਜਿੱਥੇ ਮੇਰੀ ਇਬਾਦਤ ਕੀਤੀ ਜਾਏਗੀ ਤੇ ਮੈਂ ਉਹਦੀ ਸਲਤਨਤ ਹਮੇਸ਼ਾ ਲਈ ਕਾਇਮ ਕਰਾਂਗਾ। ਦਾਊਦ ਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਸੁਲੇਮਾਨ ਬਾਦਸ਼ਾਹ ਬਣਿਆ 971 ਮਸੀਹ ਤੋਂ ਪਹਿਲਾਂ। ਸੁਲੇਮਾਨ ਨੇ ਖੁਦਾ ਵੱਲੋਂ ਦਾਊਦ ਨੂੰ ਦਿੱਤੀਆਂ ਗਈਆਂ ਹਦਾਇਤ ਦੇ ਮੁਤਾਬਕ ਹੈਕਲ ਦੀ ਤਾਮੀਰ ਕੀਤੀ 966 ਮਸੀਹ ਤੋਂ ਪਹਿਲਾਂ, ਜਿਹਨੇ ਕਈ ਚਿਰਾਂ ਤੋਂ ਖੈਮਾ ਇਜਤਮਾ ਦੀ ਥਾਂ ਲਈ ਜਿਹੜਾ ਉਜਾੜਾਂ ਵਿੱਚ ਇਸਤੇਮਾਲ ਕਰਦੇ ਸੀ। ਇਸਰਾਈਲ ਦੇ ਲੋਕ ਉੱਥੇ ਪਹਿਲੇ ਨਾਲੋਂ ਕਿਧਰੇ ਬਹੁਤਾ ਖੁਸ਼ਹਾਲ ਹੋਏ। ਸੱਚੀ ਮੁੱਚੀ ਖੁਦਾ ਨੇ ਉਹਨਾਂ ਨੂੰ ਮੁਲਕੇ ਮੌਦਾ ਵਿੱਚ ਲਿਆਵਣ ਤੇ ਉਹਨਾਂ ਨੂੰ ਬਰਕਤ ਦੇਵਣ ਦਾ ਵਾਅਦਾ ਪੂਰਾ ਕੀਤਾ। ਪਰ ਹਾਲੇ ਵੀ ਇੱਕ ਅਹਿਦ ਸੀ ਜਿਹੜਾ ਖੁਦਾ ਨੇ ਪੂਰਾ ਨਹੀਂ ਕੀਤਾ ਸੀ। ਇੱਕ ਨਜਾਤ ਦਹਿੰਦਾ ਦੇ ਆਉਣ ਦਾ ਵਾਅਦਾ ਜਿਹੜਾ ਸ਼ੈਤਾਨ ਦੇ ਕੰਮਾਂ ਨੂੰ ਮੁਕਾ ਦੇਵੇਗਾ। ਲੋਕ ਹਾਲੇ ਵੀ ਗੁਨਾਹਗਾਰ ਸੀ ਤੇ ਜਾਨਵਰ ਦਾ ਖੂਨ ਆਪਣੇ ਗੁਨਾਹ ਦੇ ਕਫਾਰੇ ਲਈ ਲੈ ਕੇ ਆਉਂਦੇ ਸਨ, ਪਰ ਉਹ ਸ਼ੁਕਰਗੁਜ਼ਾਰ ਸਨ ਕਿ ਖੁਦਾ ਨੇ ਉਹਨਾਂ ਦੀ ਗੁਨਾਹ ਦੀ ਮਾਫੀ ਲਈ ਉਸ ਵੇਲੇ ਤੱਕ ਇੱਕ ਰਾਹ ਵਿਖਾਇਆ ਜਦੋਂ ਤੱਕ ਨਜਾਤ ਦਹਿੰਦਾ ਆ ਕੇ ਉਹਨਾਂ ਦੇ ਗੁਨਾਹ ਹਮੇਸ਼ਾ ਲਈ ਧੋ ਨਾ ਦਿੰਦਾ। ਲੋਕ ਹੈਕਲ ਵਿੱਚ ਕਲਾਮ ਮੁਕੱਦਸ ਦੀ ਤਾਲੀਮ ਲੈਣ ਆਉਂਦੇ। ਉਹ ਅਚੇਚੇ ਤੌਰ ਤੇ ਆਉਣ ਵਾਲੇ ਨਜਾਤ ਦਹਿੰਦਾ ਦੇ ਬਾਰੇ ਵਿੱਚ ਪੇਸ਼ਨਗੋਈਆਂ ਨੂੰ ਸੁਣ ਕੇ ਖੁਸ਼ ਹੁੰਦੇ। ਖੁਦਾਵੰਦ ਨੇ ਸਚਾਈ ਨਾਲ ਦਾਊਦ ਨਾਲ ਕਸਮ ਖਾਧੀ ਏ ਤੇ ਉਹ ਉਸ ਤੋਂ ਮੁਕਰੇਗਾ ਨਹੀਂ ਕਿ ਮੈਂ ਤੇਰੀ ਔਲਾਦ ਵਿੱਚੋਂ ਕਿਸੇ ਇੱਕ ਨੂੰ ਤੇਰੇ ਤਖਤ ਤੇ ਬਿਠਾਵਾਂਗਾ। ਤੂੰ ਮੇਰਾ ਪੁੱਤਰ ਏ, ਅੱਜ ਤੂੰ ਮੇਰੇ ਤੋਂ ਪੈਦਾ ਹੋਇਆ ਏ। ਪੁੱਤਰ ਨੂੰ ਚੁੰਮੋ, ਇੰਜ ਨਾ ਹੋਵੇ ਕਿ ਉਹ ਕਹਿਰ ਵਿੱਚ ਆਵੇ ਤੇ ਤੁਸੀਂ ਰਾਹ ਵਿੱਚ ਹਲਾਕ ਹੋ ਜਾਓ, ਕਿਉਂ ਜੋ ਉਹਦਾ ਗਜ਼ਬ ਛੇਤੀ ਹੀ ਭੜਕਣ ਵਾਲਾ ਏ। ਦਾਊਦ ਨੇ ਆਉਣ ਵਾਲੇ ਨਜਾਤ ਦਹਿੰਦਾ ਬਾਰੇ ਵਿੱਚ ਕਈ ਗੱਲਾਂ ਲਿਖੀਆਂ। ਯਹੋਵਾ ਨੇ ਮੇਰੇ ਖੁਦਾਵੰਦ ਨੂੰ ਫਰਮਾਇਆ ਏ ਕਿ ਤੂੰ ਮੇਰੇ ਸੱਜੇ ਹੱਥ ਬੈਠ ਜਦੋਂ ਤੀਕਰ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਕੀ ਨਾ ਕਰ ਦੇਵਾਂ। ਐ ਖੁਦਾ, ਤੇਰਾ ਤਖਤ ਮੁੱਢ ਤੋਂ ਏ। ਤੂੰ ਸੱਚਾਈ ਨਾਲ ਮੁਹੱਬਤ ਰੱਖੀ ਤੇ ਬਦਕਾਰੀ ਤੋਂ ਨਫ਼ਰਤ ਕੀਤੀ। ਇਸ ਲਈ ਖੁਦਾਵੰਦ ਤੇਰੇ ਖੁਦਾ ਨੇ ਸ਼ਾਦਮਾਨੀ ਦੇ ਤੇਲ ਨਾਲ ਤੈਨੂੰ ਤੇਰੇ ਸਾਥੀਆਂ ਤੋਂ ਬਹੁਤਾ ਮਸਾ ਕੀਤਾ। ਨਜਾਤ ਦਹਿੰਦਾ ਲਈ ਹੋਰ ਪੇਸ਼ਨਗੋਈਆਂ। ਮੈਂ ਉਹਨੂੰ ਆਪਣਾ ਪਹਿਲੌਠਾ ਵੀ ਬਣਾਵਾਂਗਾ ਤੇ ਜ਼ਮੀਨ ਦੇ ਸਭ ਬਾਦਸ਼ਾਹਾਂ ਤੋਂ ਅਜ਼ੀਮ। ਐ ਮੇਰੇ ਖੁਦਾ, ਮੇਰੀ ਖੁਸ਼ੀ ਤੇਰੀ ਮਰਜ਼ੀ ਪੂਰੀ ਕਰਨ ਵਿੱਚ ਏ, ਬਲਕਿ ਤੇਰੀ ਸ਼ਰੀਅਤ ਮੇਰੇ ਦਿਲ ਵਿੱਚ ਏ। ਮੈਂ ਤਮਸੀਲ ਵਿੱਚ ਗੱਲਾਂ ਕਰਾਂਗਾ ਤੇ ਕਦੀਮ ਮੌਮੇ ਦੱਸਾਂਗਾ। ਦਾਊਦ ਨੇ ਆਉਣ ਵਾਲੇ ਮਸੀਹਾ ਦੇ ਬਾਰੇ 'ਚ ਇੱਕ ਅਜੀਬ ਗੱਲ ਲਿਖੀ ਹੈ। ਮੈਂ ਪਾਣੀ ਵਰਗੋਂ ਵਗ ਤੁਰਿਆ, ਮੇਰੀ ਸਾਰੀ ਹੱਡੀਆਂ ਉਖੜ ਗਈਆਂ। ਮੇਰਾ ਦਿਲ ਮੋਮ ਵਾਂਗੂ ਹੋ ਗਿਆ ਤੇ ਉਹ ਮੇਰੇ ਸੀਨੇ ਵਿੱਚ ਪਿਘਲ ਗਿਆ। ਮੇਰੀ ਤਾਕਤ ਠੀਕਰੇ ਵਾਂਗੂ ਸੁੱਕ ਗਈ ਏ ਤੇ ਮੇਰੀ ਜ਼ੁਬਾਨ ਤਾਲੂ ਨਾਲ ਚੰਬੜ ਗਈ ਤੇ ਤੂੰ ਮੈਨੂੰ ਮੌਤ ਦੀ ਖਾਕ ਵਿੱਚ ਮਿਲਾ ਦਿੱਤਾ। ਬਦਕਾਰਾਂ ਦੇ ਗਰੋਹ ਮੈਨੂੰ ਘੇਰੇ ਹੋਏ, ਬਦਕਾਰਾਂ ਦੇ ਗਰੋਹ ਮੈਨੂੰ ਘੇਰੇ ਹੋਏ ਨੇ। ਉਹ ਮੇਰੇ ਹੱਥਾਂ ਤੇ ਪੈਰਾਂ ਨੂੰ ਛੇਦਦੇ ਨੇ। ਉਹ ਮੇਰੇ ਕੱਪੜੇ ਆਪਸ ਵਿੱਚ ਵੰਡਦੇ ਤੇ ਮੇਰੀ ਪੁਸ਼ਾਕ ਤੇ ਕੁਰਾ ਪਾਉਂਦੇ ਨੇ।
ਸੁਲੇਮਾਨ ਨੇ ਲੰਮੇ ਅਰਸੇ ਤੀਕਰ ਹੁਕਮਰਾਨੀ ਕੀਤੀ ਤੇ ਉਹਦੀ ਹਕੂਮਤ ਵੇਲੇ ਖੁਸ਼ਹਾਲੀ ਰਹੀ। ਪਰ ਜਦੋਂ ਉਹ ਮਰਿਆ ਉਹਦੀ ਬਾਦਸ਼ਾਹੀ ਦਾ ਅੱਧਾ ਹਿੱਸਾ ਵੱਖਰਾ ਹੋ ਗਿਆ ਤੇ ਉਹਨਾਂ ਨੇ ਇੱਕ ਭੈੜੇ ਆਦਮੀ ਯਰਾਬਾਮ ਨੂੰ ਆਪਣਾ ਬਾਦਸ਼ਾਹ ਬਣਾ ਲਿਆ। 975 ਮਸੀਹ ਤੋਂ ਪਹਿਲਾਂ ਸ਼ਮਾਲੀ ਬਾਦਸ਼ਾਹਤ ਯਰੂਸ਼ਲਮ ਦੀ ਹੈਕਲ ਤੋਂ ਬਹੁਤ ਦੂਰ ਸੀ ਤੇ ਇੰਜ ਉਹਨਾਂ ਨੇ ਆਪਣੀ ਇਬਾਦਤ ਲਈ ਨਵੀਆਂ ਥਾਵਾਂ ਬਣਾ ਲੀਆਂ ਤੇ ਉਹਨਾਂ ਨੂੰ ਸੋਨੇ ਦੇ ਬੁੱਤਾਂ ਦੇ ਬਛੜੇ ਦੇ ਨਾਲ ਭਰ ਲਿਆ। ਇਹ ਉਹ ਪਰਮੇਸ਼ਵਰ ਹੈ ਜਿਹੜਾ ਤੁਹਾਨੂੰ ਮਿਸਰ ਤੋਂ ਕੱਢ ਕੇ ਲਿਆਇਆ ਤੇ ਇਹ ਉਹਦੇ ਕਾਹਿਨ ਨੇ। ਪਰ ਮੂਸਾ ਦੀ ਸ਼ਰੀਅਤ ਤੇ ਯਰੂਸ਼ਲਮ ਦੀ ਹੈਕਲ ਦੇ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ? ਖੁਦਾ ਵੱਲ ਜਾਣ ਦੇ ਬੜੇ ਰਾਹ ਨੇ। ਕੁਝ ਲੋਕ ਉਹਨੂੰ ਯਹੋਵਾ, ਕੁਝ ਲੋਕ ਅੱਲਾ ਤੇ ਕੁਝ ਕਾਮੂਸ ਕਹਿੰਦੇ ਨੇ, ਪਰ ਅਸੀਂ ਉਹਨੂੰ ਬਾਲ ਕਹਿੰਦੇ ਹਾਂ। ਉਸ ਮੁਕੱਦਸ ਕਲਾਮ ਦਾ ਕੀ ਹੋਵੇਗਾ ਜਿਹੜਾ ਉਹਨੇ ਆਪਣੇ ਨਬੀਆਂ ਤੇ ਭੇਜਿਆ? ਇਹ ਸਾਨੂੰ ਹੁਕਮ ਦਿੰਦਾ ਹੈ ਕਿ ਸਾਡਾ ਹੋਰ ਕੋਈ ਖੁਦਾ ਨਹੀਂ ਹੋਣਾ ਚਾਹੀਦਾ। ਇਹ ਦੱਸਦਾ ਹੈ ਕਿ ਸਿਰਫ ਇੱਕ ਖੁਦਾ ਹੈ ਤੇ ਉਹਦੇ ਤੱਕ ਪਹੁੰਚਣ ਦਾ ਸਿਰਫ ਇੱਕ ਜ਼ਰੀਆ ਹੈ। ਕੀ ਤੂੰ ਸਮਝਦਾ ਹੈ ਕਿ ਖੁਦਾ ਇੰਨੇ ਛੋਟੇ ਜ਼ਿਹਨ ਦਾ ਹੈ? ਮੈਂ ਇਸ ਬਾਰੇ ਵਿੱਚ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ। ਬਾਲ ਦੀ ਪੂਜਾ ਕਰਨਾ ਹੁਣ ਇਸ ਜ਼ਮੀਨ ਦਾ ਸਰਕਾਰੀ ਮਜ਼ਹਬ ਹੋਵੇਗਾ। ਇਸ ਤੋਂ ਇਨਕਾਰ ਕਰਨ ਵਾਲੇ ਨੂੰ ਮਾਰ ਦਿੱਤਾ ਜਾਵੇਗਾ। ਜਦੋਂ ਕਹਾਨਾ ਨੇ ਬਾਲ ਦੀ ਮੂਰਤ ਨੂੰ ਪੂਜਾ ਲਈ ਚੁਣਿਆ, ਉਹ ਨਾ ਜਾਣਦੇ ਹੋਏ ਵੀ ਲੂਸੀਫਰ ਦੀ ਮੂਰਤ ਨੂੰ ਅਪਣਾ ਚੁੱਕੇ ਸੀ, ਜਿਹੜਾ ਇੱਕ ਗੁਨਾਹਗਾਰ ਫਰਿਸ਼ਤਾ ਸੀ। ਉਹ ਸ਼ੈਤਾਨ ਦੀ ਪੂਜਾ ਪੇ ਕਰਦੇ ਸਨ ਤੇ ਉਹ ਖੁਸ਼ ਸੀ ਕਿਉਂ ਜੋ ਲੋਕਾਂ ਨੂੰ ਕਰਾਹੇ ਪਾ ਰਿਹਾ ਸੀ ਤੇ ਉਹਨਾਂ ਨੂੰ ਖੁਦਾ ਦੇ ਉਸ ਅਹਿਦ ਤੋਂ ਦੂਰ ਲਿਜਾ ਰਿਹਾ ਸੀ ਜਿਹਦੇ ਮੁਤਾਬਕ ਇੱਕ ਨਜਾਤ ਦਹਿੰਦਾ ਨੇ ਆਣਾ ਸੀ। ਐ ਬਾਲ, ਸਾਡੇ ਨਹਕੀਰ ਹੱਥਾਂ ਤੋਂ ਕੁਰਬਾਨੀ ਕਬੂਲ ਕਰ। ਦੇਵਤਾ ਦੀ ਮਾਂ, ਆਸਮਾਨ ਦੀ ਮਲਕਾ ਤੇ ਬਰਕਤ ਹੋਵੇ, ਸਾਡੀਆਂ ਦੁਆਵਾਂ ਨੂੰ ਸੁਣੋ ਤੇ ਸਾਡੇ ਗੁਨਾਹਾਂ ਨੂੰ ਮਾਫ ਕਰੋ। ਤੂੰ ਇਸ ਪਾਕ ਜ਼ਮੀਨ ਤੇ ਕੀ ਕਰ ਰਿਹਾ ਹੈ? ਯਹਵਾ ਦੇ ਨਾਂ ਤੋਂ ਜਿਹਦੇ ਤੋਂ ਤੁਸੀਂ ਦੂਰ ਹੋ ਗਏ ਹੋ, ਖੁਦਾ ਦਾ ਕਲਾਮ ਸੁਣੋ। ਦਾਊਦ ਦੀ ਨਸਲ ਤੋਂ ਇੱਕ ਬੱਚਾ ਪੈਦਾ ਹੋਵੇਗਾ, ਉਹਦੀ ਪੀੜ੍ਹੀ ਤੋਂ ਇੱਕ ਨਜਾਤ ਦੇਵਨ ਵਾਲਾ ਆਵੇਗਾ। ਉਹਦਾ ਨਾਂ ਯੋਸਾਇਆ ਹੋਵੇਗਾ ਤੇ ਇਸ ਮਜ਼ਬਾ ਤੇ ਉਹ ਬਾਲ ਦੇ ਪੁਜਾਰੀਆਂ ਨੂੰ ਸਾੜੇਗਾ। ਤੂੰ ਇਹ ਗੱਲ ਕਿਵੇਂ ਕਹਿ ਸਕਣਾ ਹੈ? ਦੇਵਤਾਵਾਂ ਤੋਂ ਇਲਾਵਾ ਹੋਰ ਕੋਈ ਮੁਸਤਕਬਿਲ ਦੇ ਬਾਰੇ ਵਿੱਚ ਨਹੀਂ ਦੱਸ ਸਕਦਾ। ਮੈਂ ਤੁਹਾਨੂੰ ਖੁਦਾਵੰਦ ਦੇ ਕਲਾਮ ਤੋਂ ਇਹ ਕਹਿਣਾ ਹਾਂ ਕਿ ਇਹਨਾਂ ਪੁਜਾਰੀਆਂ ਨੂੰ ਯੋਸਾਇਆ ਇਸ ਮਜ਼ਬੇ ਤੇ ਸਾੜੇਗਾ। ਖੁਦਾ ਤੁਹਾਨੂੰ ਇੱਕ ਨਿਸ਼ਾਨ ਦੇਗਾ। ਮੈਂ ਉਹਦੇ ਵੱਲੋਂ ਬੋਲ ਰਿਹਾ ਹਾਂ। ਅੱਜ ਇਹ ਉਮਦਾ ਮਜ਼ਬਾ ਜਿਹੜਾ ਤੁਸੀਂ ਇਹਨਾਂ ਗੂੰਗੇ ਬੁੱਤਾਂ ਦੀ ਇਬਾਦਤ ਲਈ ਤਿਆਰ ਕੀਤਾ ਹੈ, ਟੋਟੇ ਟੋਟੇ ਹੋ ਜਾਏਗਾ ਤੇ ਇਹਦੀ ਖਾਕ ਹਵਾ ਵਿੱਚ ਉੱਡ ਜਾਏਗੀ। ਇਸ ਨੇਕ ਖੋਤੇ ਨੂੰ ਹਿਣਕਦੇ ਹੋਵੇ ਸੁਣੋ। ਇਹ ਸਮਝਦਾ ਹੈ ਕਿ ਇਹ ਠੀਕ ਹੈ ਤੇ ਬਾਕੀ ਸਾਰੇ ਗਲਤ ਨੇ। ਇਹਨੂੰ ਇੱਥੇ ਰੋਕ ਦਿਓ, ਮਾਰ ਦਿਓ। ਇਹ ਕਿਸੇ ਦੂਜੇ ਦੇ ਮਜ਼ਹਬ ਦੇ ਬਾਰੇ ਵਿੱਚ ਬੋਲਣ ਦੀ ਹਿੰਮਤ ਕਿਵੇਂ ਕਰ ਸਕਦਾ ਹੈ? ਮੇਰੀ ਬਾਂਹ ਨੂੰ ਸੋਕਾ ਪੈ ਗਿਆ ਹੈ। ਯਹੋਵਾ ਨੇ ਮੈਨੂੰ ਸਜ਼ਾ ਦਿੱਤੀ ਹੈ। ਦੁਆ ਕਰੋ ਕਿ ਉਹ ਮੈਨੂੰ ਸ਼ਿਫਾ ਦੇ। ਖੁਦਾਵੰਦ ਖੁਦਾ, ਤੂੰ ਇਹਨਾਂ ਨੂੰ ਅੱਜ ਦੇ ਦਿਨ ਦੱਸ ਤੂੰ ਕੌਣ ਹੈ। ਬਾਦਸ਼ਾਹ ਦੇ ਬਾਜ਼ੂ ਨੂੰ ਸ਼ਿਫਾ ਦੇ। ਇਹ ਮੌਜਜ਼ਾ ਹੈ। ਖੁਦਾ ਨੇ ਮੇਰੇ ਬਾਜ਼ੂ ਨੂੰ ਸ਼ਿਫਾ ਦਿੱਤੀ। ਨਹੀਂ, ਯਹੋਵਾ ਇੰਨੀ ਛੇਤੀ? ਉਸਨੇ ਮੇਰੇ ਮਜ਼ਹਬ ਨੂੰ ਬਰਬਾਦ ਕਰ ਦਿੱਤਾ। ਕੁਝ ਵੀ ਨਹੀਂ ਬਚਿਆ। ਇਹ ਸੱਚੀ ਮੁੱਚੀ ਹੈ ਕਿ ਤੂੰ ਖੁਦਾ ਦਾ ਬੰਦਾ ਹੈ। ਬਾਲ ਦਾ ਕੋਈ ਨਬੀ ਕਦੀ ਵੀ ਇੰਜ ਨਹੀਂ ਕਰ ਸਕਦਾ। ਮੇਰੇ ਨਾਲ ਆਓ, ਅਸੀਂ ਖਾ ਪੀ ਕੇ ਤਾਜ਼ਾ ਦਮ ਹੋਵਾਂਗੇ ਤੇ ਫਿਰ ਮੈਂ ਤੈਨੂੰ ਅੱਜ ਹੀ ਖੁਦਾ ਦੀ ਖਿਦਮਤ ਲਈ ਇੱਜ਼ਤ ਤੇ ਦੌਲਤ ਦੇਵਾਂਗਾ। ਨਹੀਂ, ਮੈਂ ਤੇਰੇ ਨਾਲ ਨਹੀਂ ਜਾ ਸਕਦਾ। ਖੁਦਾ ਨੇ ਜਦੋਂ ਮੈਂ ਇਸਰਾਈਲ ਵਿੱਚ ਸੀ ਤੇ ਇਹ ਫਰਮਾਇਆ ਸੀ ਕਿ ਨਾ ਕੁਝ ਖਾ ਤੇ ਨਾ ਪੀ ਤੇ ਨਾ ਹੀ ਉਸ ਰਾਸਤੇ ਤੋਂ ਵਾਪਸ ਆਈ ਜਿਸ ਤੋਂ ਤੂੰ ਆਇਆ ਸੀ। ਪਰ ਤੂੰ ਤੇ ਆਖਿਆ ਸੀ ਕਿ ਕਾਹਿਨਾਂ ਦੀਆਂ ਹੱਡੀਆਂ ਮਜ਼ਬਾ ਤੇ ਸੜ ਜਾਵਣਗੀਆਂ, ਪਰ ਮਜ਼ਬਾ ਤਬਾਹ ਹੋ ਗਿਆ ਹੈ ਤੇ ਕੋਈ ਵੀ ਨਹੀਂ ਮਰਿਆ। ਇਹ ਖੁਦਾ ਦਾ ਕਲਾਮ ਏ, ਨਾ ਕਿ ਮੇਰਾ। ਤੇ ਮੁੜ ਜਦੋਂ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ, ਖੁਦਾ ਦਾ ਨਬੀ ਇੱਕ ਵੱਖਰੇ ਰਸਤੇ ਤੋਂ ਵਾਪਸ ਆਇਆ। ਉਹ ਖਾਦੇ ਪੀਤੇ ਬਗੈਰ 2 ਦਿਹਾੜੇ ਰਿਹਾ ਤੇ ਉਹ ਸ਼ਦੀਦ ਤ੍ਰਿਆਇਆ ਤੇ ਭੁੱਖਾ ਸੀ। 2 ਨੌਜਵਾਨ ਬੰਦੇ ਜਿਹੜੇ ਕਿ ਉਸ ਦਿਹਾੜੇ ਸੋਨੇ ਦੇ ਵੱਛੇ ਦੀ ਪੂਜਾ ਕਰਦੇ ਸੀ ਨੇ ਉਹਦਾ ਪਿੱਛਾ ਕੀਤਾ ਤੇ ਵੇਖਿਆ ਕਿ ਉਹ ਕਿੱਥੇ ਜਾ ਰਿਹਾ ਹੈ। ਅੱਬਾ ਜੀ, ਮੈਨੂੰ ਇਸ ਤੇ ਕੀ ਨਾ ਆਉਂਦਾ ਜੇ ਮੈਂ ਉਹਨੂੰ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਹੁੰਦਾ। ਉਹ ਬਿਲਕੁਲ ਇਸਰਾਇਲ ਦੇ ਪੁਰਾਣੇ ਨਬੀਆਂ ਵਰਗਾ ਸੀ। ਅੱਬਾ ਜੀ, ਕੀ ਤੁਸੀਂ ਸਮਝਦੇ ਹੋ ਕਿ ਜੋ ਉਹਨੇ ਆਖਿਆ ਸੀ ਉਹ ਸੱਚ ਹੈ? ਕਿ ਯਹੋਵਾ ਹੀ ਸਿਰਫ ਜ਼ਿੰਦਾ ਖੁਦਾ ਹੈ? ਕਿ ਸਾਡੇ ਬੁੱਤ ਲੱਕੜ ਤੇ ਸੋਨੇ ਤੋਂ ਇਲਾਵਾ ਕੁਝ ਵੀ ਨਹੀਂ? ਛੇਤੀ ਖੋਤੇ ਤੇ ਕਾਠੀ ਪਾ, ਮੈਨੂੰ ਉਸ ਨੂੰ ਜ਼ਰੂਰ ਲੱਭਣਾ ਚਾਹੀਦਾ ਹੈ।
ਉਹਨੇ ਯਹੋਵਾ ਦੇ ਨਬੀ ਨੂੰ ਇੱਕ ਦਰਖਤ ਦੇ ਹੇਠਾਂ ਬੈਠੇ ਹੋਏ ਵੇਖਿਆ। ਉਹ ਇਸ ਕਦਰ ਕੁਵਤਾਂ ਵਾਲੇ ਬੰਦੇ ਦੇ ਨੇੜੇ ਜਾਣਾ ਚਾਹੁੰਦਾ ਸੀ। ਉਹ ਵੀ ਇੱਕ ਵੇਲੇ ਯਹੋਵਾ ਦਾ ਨਬੀ ਸੀ, ਪਰ ਜਦੋਂ ਬਾਦਸ਼ਾਹਤ ਵੰਡੀ ਗਈ ਉਹਨੇ ਵੀ ਆਪਣੇ ਮੁਲਕ ਦੇ ਲੋਕਾਂ ਵਾਂਗੂ ਬੁੱਤਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਉਹਨੇ ਵਜ੍ਹਾ ਬਿਆਨ ਕੀਤੀ ਸੀ ਕਿ ਸਾਰੇ ਮਜ਼ਹਬ ਇੱਕੋ ਜਿਹੇ ਨਹੀਂ ਹੁੰਦੇ। ਤੂੰ ਯਹੋਵਾ ਦੇ ਕਬੀਲੇ ਵਿੱਚੋਂ ਖੁਦਾ ਦਾ ਬੰਦਾ ਏ। ਤੂੰ ਥੱਕਿਆ ਹੋਇਆ ਲੱਗਦਾ ਪਿਆ ਏ। ਮੇਰੇ ਨਾਲ ਘਰ ਆ ਤੇ ਮੈਂ ਤੈਨੂੰ ਖਾਣ ਪੀਣ ਲਈ ਕੁਝ ਦਿੰਦਾ ਹਾਂ। ਮੈਂ ਇਹ ਨਹੀਂ ਕਰ ਸਕਦਾ। ਖੁਦਾ ਨੇ ਫਰਮਾਇਆ ਏ ਕਿ ਇਸ ਥਾਂ ਤੇ ਕੁਝ ਖਾਣਾ ਪੀਣਾ ਨਹੀਂ ਏ। ਪਰ ਤੂੰ ਵੇਖਦਾ ਪਿਆ ਏ ਕਿ ਮੈਂ ਵੀ ਤੇਰੇ ਵਾਂਗੂ ਇੱਕ ਨਬੀ ਆ, ਤੇ ਅੱਜ ਸਵੇਰੇ ਯਹੋਵਾ ਦੇ ਇੱਕ ਫਰਿਸ਼ਤੇ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਦੱਸਿਆ ਕਿ ਮੈਂ ਤੈਨੂੰ ਖਾਣ ਪੀਣ ਲਈ ਆਪਣੇ ਘਰ ਲੈ ਕੇ ਆਵਾਂ। ਖੁਦਾਵੰਦ ਤੇਰਾ ਸ਼ੁਕਰ ਏ, ਮੈਂ ਬਹੁਤ ਤਰਿਆਇਆ ਹਾਂ। ਇਹ ਇੱਕ ਚੰਗਾ ਖਾਣਾ ਏ, ਪਰ ਮੈਨੂੰ ਯਹੋਵਾ ਦੇ ਸਫ਼ਰ ਤੇ ਹੁਣ ਨਿਕਲਣਾ ਚਾਹੀਦਾ ਏ। ਯਹੋਵਾ ਨੇ ਫਰਮਾਇਆ ਹੈ, ਕਿਉਂ ਜੋ ਤੂੰ ਯਹੋਵਾ ਖੁਦਾ ਦੇ ਹੁਕਮ ਦੀ ਫਰਮਾਬਰਦਾਰੀ ਨਹੀਂ ਕੀਤੀ, ਸਗੋਂ ਇਸ ਥਾਂ ਤੋਂ ਖਾਦਾ ਤੇ ਪੀਤਾ, ਤੇਰਾ ਮੁਰਦਾ ਜਿਸਮ ਹੁਣ ਯਹੂਦਾ ਵਿੱਚ ਵਾਪਿਸ ਨਹੀਂ ਜਾਏਗਾ ਤੇ ਆਪਣੇ ਖਾਨਦਾਨੀ ਕਬਰਿਸਤਾਨ ਵਿੱਚ ਦਫਨ ਨਹੀਂ ਹੋਵੇਗਾ। ਅੱਬਾ ਜੀ, ਤੁਸੀਂ ਪੇਸ਼ਨਗੋਈ ਕਰ ਰਹੇ ਹੋ? ਖੁਦਾ ਨੇ ਤੁਹਾਡੇ ਨਾਲ ਗੱਲ ਕੀਤੀ ਹੈ? ਆਹੋ ਪੁੱਤਰ, ਕਈ ਸਾਲਾਂ ਵਿੱਚ ਪਹਿਲੀ ਵਾਰੀ। ਤੁਹਾਡਾ ਮਤਲਬ ਹੈ ਕਿ ਹੁਣ ਮਰਨ ਵਾਲਾ ਏ? ਮੈਨੂੰ ਇਸੇ ਦਾ ਹੀ ਡਰ ਏ ਤੇ ਇਹ ਮੇਰਾ ਕਸੂਰ ਏ। ਨਬੀ ਉਸ ਥਾਂ ਤੋਂ ਦੁਖੀ ਦਿਲ ਦੇ ਨਾਲ ਰਵਾਨਾ ਹੋਇਆ ਤੇ ਉਹ ਜਾਣਦਾ ਸੀ ਕਿ ਖੁਦਾ ਹਮੇਸ਼ਾ ਆਪਣੀਆਂ ਗੱਲਾਂ ਦਾ ਪਾਸ ਰੱਖਦਾ ਹੈ। ਉਹ ਜਾਣਦਾ ਸੀ ਕਿ ਉਹ ਮਰ ਜਾਏਗਾ, ਪਰ ਉਹ ਇਸ ਚੀਜ਼ ਨੂੰ ਏਡੀ ਛੇਤੀ ਤੇ ਇੰਜ ਹੁੰਦਿਆਂ ਨਹੀਂ ਵੇਖ ਰਿਹਾ ਸੀ। ਉਹ ਯਹੂਦਾ ਦੇ ਕਬੀਲੇ ਦਾ ਨਬੀ ਏ। ਮੈਂ ਇਸ ਤਰ੍ਹਾਂ ਦੀ ਸ਼ੈ ਪਹਿਲੇ ਕਦੀ ਨਹੀਂ ਤੱਕੀ। ਸ਼ੇਰ ਨੇ ਉਹਨੂੰ ਮਾਰ ਦਿੱਤਾ, ਪਰ ਉਹ ਉੱਥੇ ਬੈਠਾ ਏ, ਪਰ ਉਹਨੂੰ ਖਾ ਨਹੀਂ ਰਿਹਾ। ਉਂਝ ਇਹ ਅਜਬ ਗੱਲ ਲੱਗ ਰਹੀ ਏ ਕਿ ਸ਼ੇਰ ਤੇ ਖੋਤਾ ਇਕੱਠੇ ਬੈਠੇ ਨੇ ਤੇ ਐਵੇਂ ਲੱਗਦਾ ਪਿਆ ਏ ਜਿਵੇਂ ਉਹ ਉਹਦੇ ਜਿਸਮ ਦੀ ਰਾਖੀ ਕਰ ਰਹੇ ਨੇ। ਝੂਠਾ ਨਬੀ ਖੁਦਾ ਦੇ ਬੰਦੇ ਨੂੰ ਆਪਣੇ ਨਾਲ ਲੈ ਗਿਆ ਤੇ ਉਹਨੂੰ ਆਪਣੀ ਕਬਰ ਵਿੱਚ, ਜਿਹੜੀ ਕਿ ਬਾਲ ਦੇ ਨਬੀਆਂ ਦੇ ਵਿਚਕਾਰ ਸੀ, ਦਫਨ ਕੀਤਾ ਤੇ ਬਿਲਕੁਲ ਉਸ ਥਾਂ ਦੇ ਨੇੜੇ ਸੀ ਜਿੱਥੇ ਖੁਦਾਵੰਦ ਨੇ ਮਜ਼ਬਾ ਨੂੰ ਤਬਾਹ ਕੀਤਾ ਸੀ। ਪਰਮੇਸ਼ਵਰ ਨੇ ਉਸ ਦੀ ਨਾਫਰਮਾਨੀ ਕਾਰਨ ਉਸ ਨੂੰ ਮਾਰ ਦਿੱਤਾ, ਪਰ ਉਸ ਦੀ ਪੇਸ਼ਨਗੋਈ ਤਾਂ ਬਿਲਕੁਲ ਪੂਰੀ ਹੋਵੇਗੀ। ਖੁਦਾ ਦੇ ਬੰਦੇ ਨੂੰ ਦਫਨਾ ਦਿੱਤਾ ਗਿਆ ਤੇ ਛੇਤੀ ਸਿਵਾਏ ਚੰਦ ਲੋਕਾਂ ਦੇ ਸਾਰੇ ਉਹਨੂੰ ਭੁੱਲ ਗਏ। ਮਜ਼ਬਾ ਦੀ ਮੁਰੰਮਤ ਕੀਤੀ ਗਈ ਤੇ ਘੱਟੋ ਘੱਟ 300 ਵਰ੍ਹੇ ਤੀਕਰ ਇਹ ਬਾਲ ਦੀ ਪੂਜਾ ਲਈ ਇਸਤੇਮਾਲ ਹੁੰਦਾ ਰਿਹਾ, ਪਰ ਕਿਸੇ ਨੇ ਵੀ ਆਪਣੀਆਂ ਹੱਡੀਆਂ ਮਜ਼ਬਾ ਤੇ ਨਹੀਂ ਸਾੜੀਆਂ ਜਿਵੇਂ ਕਿ ਖੁਦਾ ਦੇ ਬੰਦੇ ਨੇ ਪੇਸ਼ਨਗੋਈ ਕੀਤੀ ਸੀ। 300 ਵਰ੍ਹਿਆਂ ਬਾਅਦ ਇੱਕ ਬਾਦਸ਼ਾਹ ਜਿਹਦਾ ਨਾਂ ਯੋਸਾਇਆ ਸੀ ਨੇ ਯਹੂਦਾ ਦਾ ਤਖਤ ਸੰਭਾਲਿਆ 640 ਬਸੀ ਤੋਂ ਪਹਿਲਾਂ। ਉਹ ਹੈਕਲ ਵਿੱਚ ਗਿਆ ਤੇ ਉੱਥੇ ਉਹਨੂੰ ਬਾਈਬਲ ਦੀ ਇੱਕ ਨਕਲ ਲੱਭੀ। ਜਾਣ ਕੇ ਉਹ ਡਾਢਾ ਪਰੇਸ਼ਾਨ ਹੋਇਆ ਕਿ ਲੋਕ ਜ਼ਿੰਦਾ ਖੁਦਾ ਨੂੰ ਵਿਸਾਰ ਕੇ ਬੁੱਤਾਂ ਦੇ ਪਿੱਛੇ ਚੱਲ ਪਏ ਸਨ। ਫਿਰ ਉਹਨੇ ਸਾਰੇ ਬਜ਼ੁਰਗਾਂ, ਨਬੀਆਂ, ਕਹਾਣਾਂ ਤੇ ਯਰੂਸ਼ਲਮ ਦੇ ਰਹਿਣ ਵਾਲੇ ਕੁੱਲ ਲੋਕਾਂ ਨੂੰ ਇਕੱਠੇ ਹੋਵਣ ਤੇ ਉਸ ਕਿਤਾਬ ਨੂੰ ਸੁਣਨ ਦਾ ਹੁਕਮ ਦਿੱਤਾ। ਲੋਕ ਆਪਣੇ ਗੁਨਾਹਾਂ ਤੇ ਸ਼ਰਮਿੰਦਾ ਸਨ ਤੇ ਕਿਤਾਬ ਦੀਆਂ ਸਾਰੀਆਂ ਗੱਲਾਂ ਦੀ ਫਰਮਾਬਰਦਾਰੀ ਕਰਨ ਲਈ ਤਿਆਰ ਸਨ। ਪਾਕ ਮਾਂ, ਸਾਨੂੰ ਬਚਾਓ। ਲੋਕਾਂ ਨੇ ਖੁਦਾ ਦੀ ਸ਼ਰੀਅਤ ਦੀ ਫਰਮਾਬਰਦਾਰੀ ਕੀਤੀ ਤੇ ਉਸ ਜ਼ਮੀਨ ਦੇ ਸਾਰੇ ਬੁੱਤਾਂ ਨੂੰ ਤਬਾਹ ਕਰ ਦਿੱਤਾ। ਉਹਨਾਂ ਨੇ ਉਹਨਾਂ ਦੇ ਸਾਰੇ ਕਾਹਨਾਂ ਨੂੰ ਮਾਰ ਦਿੱਤਾ ਜਿਹੜੇ ਸੂਰਜ, ਚੰਨ, ਸਿਤਾਰੇ ਤੇ ਆਸਮਾਨ ਦੀ ਬਲਕਾਲੀ ਬਖੂਰ ਜਲਾਉਂਦੇ ਸਨ। ਪਰਮੇਸ਼ਵਰ ਦੀ ਸ਼ਰੀਅਤ ਜਿਵੇਂ ਕਿ ਹਮਜਿਨਸ ਪ੍ਰਸਤੀ ਤੋਂ ਮਨਾ ਕਰਦੀ ਹੈ, ਇਸ ਲਈ ਸਾਰੇ ਸਦੂਮੀ ਉਸ ਜ਼ਮੀਨ ਤੋਂ ਕੱਢ ਦਿੱਤੇ ਗਏ। ਇੰਨੇ ਡਾਢੇ ਝਟਕੇ! ਉਹਨਾਂ ਨੇ ਉਹ ਸਾਰੀ ਜ਼ਮੀਨ ਉਹਨਾਂ ਸਾਰੇ ਲੋਕਾਂ ਤੋਂ ਪਾਕ ਸਾਫ਼ ਕੀਤੀ ਜਿਹੜੇ ਸ਼ੈਤਾਨੀ ਰੂਹਾਂ ਤੇ ਜਾਦੂਗਰਨੀਆਂ ਤੋਂ ਮਸ਼ਵਰੇ ਲੈਂਦੇ ਸਨ। ਇਹਦਾ ਸ਼ੀਸ਼ੇ ਦਾ ਗੋਲਾ ਤੋੜ ਦਿਓ ਤੇ ਘਰ ਨੂੰ ਅੱਗ ਲਾ ਦਿਓ। ਯਸਾਇਆ ਉਸ ਉੱਚੇ ਮਕਾਮ ਤੇ ਗਿਆ ਜਿੱਥੇ ਨਬੀ ਦਾ ਯਾਰਾਬਾਮ ਨਾਲ, ਜਿਹੜਾ 300 ਵਰ੍ਹਿਆਂ ਪਹਿਲਾਂ ਇਸਰਾਈਲ ਦਾ ਬਾਦਸ਼ਾਹ ਸੀ, ਸਾਹਮਣਾ ਹੋਇਆ ਸੀ। ਉਹਨਾਂ ਨੇ ਮਜ਼ਬਾ ਨੂੰ ਢਾਇਆ, ਸਾਰੇ ਬੁੱਤ ਤੋੜ ਦਿੱਤੇ ਤੇ ਦਰਖਤਾਂ ਨੂੰ ਵੱਢ ਕੇ ਪੀਸਿਆ ਤੇ ਉਹਦਾ ਸਕੂਫ ਬਣਾ ਦਿੱਤਾ। ਇੱਕ ਖੁਦਾ ਤੋਂ ਵੱਖ ਕੋਈ ਹੋਰ ਨਹੀਂ ਤੇ ਉਹਦੀ ਪ੍ਰਸਤਿਸ਼ ਬੁੱਤਾਂ ਦੀ ਸੂਰਤ ਵਿੱਚ ਨਹੀਂ ਕੀਤੀ ਜਾ ਸਕਦੀ। ਇਹਨਾਂ ਝੂਠੇ ਕਾਹਨਾਂ ਨੇ ਲੋਕਾਂ ਨੂੰ ਯਹੋਵਾ ਤੋਂ ਦੂਰ ਕਰ ਦਿੱਤਾ ਹੈ। ਤੈਨੂੰ ਜ਼ਰੂਰ ਮਰਨਾ ਚਾਹੀਦਾ ਏ। ਇੱਕ ਵਾਰੀ ਫੇਰ ਮਜ਼ਬਾ ਨੂੰ ਵਕਫ ਕੀਤਾ ਗਿਆ ਤੇ ਉਹਦੇ ਉੱਤੇ ਰਾਖ ਛਿੜਕੀ ਗਈ। ਸਾਰੇ ਝੂਠੇ ਕਾਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਹਨਾਂ ਦੇ ਜਿਸਮ ਮਜ਼ਬਾ ਉੱਤੇ ਸਾੜ ਕੇ ਲਗਾ ਦਿੱਤੇ ਗਏ। ਨੇੜੇ ਹੀ ਝੂਠੇ ਕਾਹਨਾਂ ਦਾ ਕਬਰਸਤਾਨ ਸੀ। ਲੋਕਾਂ ਨੇ ਉਹਨਾਂ ਦੇ ਮਜ਼ਾਰਾਂ ਦੀ ਪੂਜਾ ਤੋਂ ਰੋਕਣ ਲਈ
ਯੋਸਾਇਆ ਨੇ ਉਹਨਾਂ ਸਾਰਿਆਂ ਦੀਆਂ ਹੱਡੀਆਂ ਨੂੰ ਕੱਢ ਕੇ ਮਜ਼ਬਾ ਉੱਤੇ ਸਾੜ ਦਿੱਤਾ। ਸਾਰੀਆਂ ਹੱਡੀਆਂ ਸਾੜ ਦਿਓ। ਅਗਰ ਤੁਹਾਡਾ ਰਹਿਮ ਹੋਵੇ ਤੇ ਉਸ ਮਰਦੇ ਖੁਦਾ ਦਾ ਮਕਬਰਾ ਏ ਜਿਹੜਾ ਯਹੂਦੀਆਂ ਤੋਂ ਘੱਟੋ ਘੱਟ 300 ਵਰਿਆਂ ਪਹਿਲਾਂ ਆਇਆ ਸੀ ਤੇ ਇਸ ਦਿਹਾੜੇ ਦੀ ਪੇਸ਼ਨਗੋਈ ਕੀਤੀ ਸੀ। ਉਹਨੇ ਆਖਿਆ ਸੀ ਕਿ ਇੱਕ ਬੰਦਾ ਜਿਹਦਾ ਨਾਮ ਯੋਸਾਇਆ, ਜਿਹੜੇ ਕਿ ਤੁਸੀਂ ਹੋ, ਆਏਗਾ, ਉਹੀ ਕੰਮ ਕਰੇਗਾ ਜਿਹੜੇ ਤੁਸੀਂ ਅੱਜ ਦੇ ਦਿਹਾੜੇ ਕੀਤੇ ਨੇ। ਅੱਛਾ, ਫਿਰ ਇਹਨਾਂ ਦੀਆਂ ਹੱਡੀਆਂ ਰਹਿਣ ਦਿਓ ਤੇ ਬਾਕੀਆਂ ਦੀਆਂ ਸਾੜ ਦਿਓ। ਜੇ ਸਾਨੂੰ ਖੁਦਾਵੰਦ ਦੀ ਬਰਕਤ ਚਾਹੀਦੀ ਏ ਤੇ ਸਾਨੂੰ ਇਸ ਬੁੱਤ ਪ੍ਰਸਤੀ ਨੂੰ ਮੁਕਾਣਾ ਹੋਵੇਗਾ। ਤਾਂ ਅਖੀਰ 300 ਵਰਿਆਂ ਪੁਰਾਣੀ ਪੇਸ਼ਨਗੋਈ ਪੂਰੀ ਹੋਈ, ਜਿਵੇਂ ਖੁਦਾ ਦੇ ਬੰਦੇ ਨੇ ਕੀਤੀ ਸੀ। ਹੁਣ ਸਾਰੀ ਬੁੱਤ ਪ੍ਰਸਤੀ ਮੁੱਕ ਗਈ ਸੀ ਤੇ ਯਸਾਇਆ ਨੇ ਯਹੋਵਾ ਦੀ ਯਾਦ ਵਿੱਚ ਸਾਰੇ ਲੋਕਾਂ ਨੂੰ ਈਦ ਫਸਾ ਮਨਾਉਣ ਦਾ ਹੁਕਮ ਦਿੱਤਾ, ਜਿਹੜਾ ਉਹਨਾਂ ਦੇ ਬਜ਼ੁਰਗਾਂ ਨੂੰ ਮਿਸਰ ਤੋਂ ਕੱਢ ਕੇ ਲਿਆਇਆ ਤੇ ਉਹਨਾਂ ਨੂੰ ਇਹ ਜ਼ਮੀਨ ਦਿੱਤੀ। ਐ ਖੁਦਾਵੰਦ ਸਾਡੇ ਖੁਦਾ, ਕਾਇਨਾਤ ਦੇ ਬਾਦਸ਼ਾਹ, ਤੇਰਾ ਨਾਮ ਮੁਬਾਰਕ ਹੋਵੇ, ਜਿਹੜਾ ਜ਼ਮੀਨ ਤੋਂ ਰੋਟੀ ਦਿੰਦਾ ਏ। ਅੱਬਾ ਜੀ, ਇਹ ਦਿਹਾੜਾ ਬਾਕੀ ਦਿਹਾੜਿਆਂ ਤੋਂ ਵੱਖਰਾ ਕਿਉਂ ਹੈ? ਤੇ ਫਿਰ ਬਾਪ ਨੇ ਉਹਨਾਂ ਨੂੰ ਪੁਰਾਣੀ ਕਹਾਣੀ ਦੱਸੀ ਕਿ ਕਿਵੇਂ ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਦੀ ਗੁਲਾਮੀ ਤੋਂ ਨਜਾਤ ਦਿੱਤੀ ਤੇ ਉਹਨਾਂ ਨੂੰ ਸ਼ਰੀਅਤ ਤੇ ਖੈਮਾ ਇਜਤਮਾ ਬਖਸ਼ਿਆ। ਉਹਨੇ ਦੱਸਿਆ ਕਿ ਕਿੰਜ ਚੌਖਟ ਉੱਤੇ ਖੂਨ ਨੇ ਉਹਨਾਂ ਦੇ ਪਲੇਠੇ ਮੁੰਡਿਆਂ ਨੂੰ ਤਬਾਹ ਕਰਨ ਵਾਲੇ ਫਰਿਸ਼ਤੇ ਤੋਂ ਬਚਾਇਆ। ਇੰਜ ਦੀ ਸ਼ਾਨਦਾਰ ਈਦ ਫਸਾ ਕਦੀ ਨਹੀਂ ਹੋਈ ਸੀ।